ਤੇ ਜਿਸ ਵੇਲੇ ਸਲਾਮੀ ਪੈਣ ਲੱਗੀ ਪਈ ਰਸਮ ਕਰੋ, ਹਾਂਜੀ ਮੈਂ ਉਹਨੂੰ 50,000 ਰੁਪਇਆ ਤੇ ਰੱਖਿਆ ਤੇ ਸਿਰ ਤੇ ਰੱਖਿਆ। ਮੈਂ ਬੜਾ ਖੁਸ਼ ਹੋਇਆ। ਉਹ ਕਹਿੰਦਾ ਭਾਈ ਮੇਰਾ ਪੁੱਤਰ ਵੀ ਇਹ ਹੀ ਹੈ ਤੇ ਦੀ ਵੀ ਇਹ ਹੀ ਹੈ, ਮੈਂ ਤੈਨੂੰ ਬੇਟੀ ਦੇ ਕੇ ਤੇ ਪੁੱਤਰ ਲੈਂਦਾ ਪਿਆ, ਮੈਂ ਮਹਿੰਦੀ ਲੈ ਕੇ ਆਵਾਂਗਾ। ਗੱਲ ਨਹੀਂ, ਉਸ ਬੱਚੇ 'ਚ ਵੀ ਕੋਈ ਗੱਲ ਨਹੀਂ ਆਈ ਨਾ। ਮੇਰੇ ਮੁੰਡੇ ਨੇ ਕਦੀ ਗੱਲ ਨਾ ਸਾਡੇ ਖਾਨਦਾਨ 'ਚ ਗੱਲ ਕਰਦੇ ਤੇ ਖੜੇ ਰਹਿ ਗਏ। ਸਾਨੂੰ ਕੋਈ ਗੱਲ ਸਮਝ ही नहीं आई ना, अगे जावा या पीछे जाइए। यही है कि भाई साड़ी होने वाली सी, जे साडे कोल आ जाती तो फिर पता नहीं की होना सी साडे। नाज़रीन, मैं इस वक्त लोधरा में मौजूद हूँ और लोधरा में 2 रोज़ पहले एक दिलखराश वाक़या पेश आया कि एक दुल्हन को शादी के ऐन वक्त उसके कज़न ने पार्लर में घुसकर छुरियों के वार करके कत्ल कर दिया। मकतूला सिदरा के जो ससुर हैं वो इस वक्त मेरे साथ मौजूद हैं। इनसे बात करते हैं कि ये जो रिश्ता तय हुआ था, क्योंकि मकतूला की वालदा ने हमें बताया कि जब मेरी बेटी का रिश्ता तय हुआ था तो उस वक्त इस मुलज़म की जो माँ है, जो रिश्ते में मकतूला की फूफी लगती है, वो भी मौजूद थी और इन लोगों ने उस अपनी होने वाली बहू के सर पर हाथ रखा और तकरीबन 50,000 रुपया जो रस्म होती है मंगनी की वो इन्होंने अदा की। और उस 50,000 को जब इन्होंने उस फूफी के सामने दिया उस बच्ची को, तो उस फूफी को उनकी खुशियां जो हैं वो बर्दाश्त ही ना हो सकी। इनसे बात करते हैं कि ये बच्ची के साथ जब इनके बेटे का रिश्ता तय हुआ था तो कैसे इनका रिश्ता तय हुआ और कितना अरसा पहले इन्होंने रिश्ता किया था। और जब इनको पता चला, जब ये अपने घर से अपने बेटे की बारात लेकर उसी शादी हाल में पहुंच रहे थे तो रास्ते में इनको इतला दी गई कि एक बड़ा अफसोसनाक वाक़या पेश आ गया। और जब इन्हें पता चला कि वो वाक़या इन्हीं की बहू के साथ हुआ है तो इनसे या फिर इन पर जो क़यामत टूटी थी वो इनसे भी बात करते हैं और इनसे भी थोड़ी सी बात करके आप तक पहुंचाते हैं कि असल में ये कहानी क्या है। इन वो जो बच्ची जिसका रिश्ता इन्होंने अपने बेटे के साथ किया था वो कैसी थी, इनको कैसे पता चला कि ये जो कत्ल हुआ है इनकी बहू का हुआ है। अंकल जी, कदों ਤੁਹਾਡਾ ਇਸ ਬੱਚੀ ਦੇ ਨਾਲ ਆਪਣੇ ਬੇਟੇ ਦਾ ਰਿਸ਼ਤਾ ਤੈਅ ਕੀਤਾ ਸੀ? ਤਕਰੀਬਨ ਸਾਲ ਹੋ ਗਿਆ ਸਾਡਾ ਇਹਨਾਂ ਨਾਲ ਰਿਸ਼ਤਾ ਤੈਅ ਹੋਇਆ ਹੈ। ਅੱਛਾ, ਤੇ ਮੇਰੇ ਕੋਲ ਇਹ ਤੁਰ ਕੇ ਮੈਂ ਕਿਹਾ ਬਈ ਮੈਂ ਨਹੀਂ ਆਵਾਂਗਾ। ਕੌਣ ਆਏ ਸੀ ਤੁਹਾਡੇ ਕੋਲ ਤੁਰ ਕੇ? ਖੁਦ ਮਾਲਿਕ ਆਇਆ ਸੀ ਮੇਰੇ ਕੋਲ ਤੇ ਉਹ ਇਹਦਾ ਫੁੱਫਾ ਤੇ ਫੁੱਫੀ ਵੀ ਨਾਲ ਸੀ। ਕਿਹੜਾ ਫੁੱਫਾ ਤੇ ਫੁੱਫੀ ਸੀ? ਇਹ ਜਿਹੜਾ ਜਿਹਨੇ ਕਤਲ ਕੀਤਾ ਇਹ ਹੀ ਸੀ। ਅੱਛਾ, ਜਿਹਨੇ ਕਤਲ ਕੀਤਾ ਉਹਦੀ ਮਾਂ ਤੇ ਉਹਦਾ ਪਿਓ ਵੀ ਨਾਲ ਉਹ ਸੀ? ਨਾਲ ਸੀ। ਇੱਥੇ ਮੇਰੇ ਕੋਲ ਬੈਠੇ ਰਹਿ ਗਏ। ਸਿਦਰਾ ਦਾ ਅੱਬੂ ਦੇ ਨਾਲ ਆਏ ਸੀ? ਅੱਬੇ ਦੇ ਨਾਲ ਆਏ ਸੀ ਤੇ ਉਹ ਹੀ ਸਾਰੀ ਗੱਲ ਤੈਅ ਕਰਕੇ ਗਿਆ ਮੇਰੇ ਨਾਲ। ਠੀਕ ਹੈ। ਤੇ ਮੈਂ ਉਹਨੂੰ ਕਿਹਾ ਭਾਈ ਗੱਲ ਸੁਣ, ਮੈਂ ਟੁਰਨ ਫਿਰਨ ਨਹੀਂ ਦੇਵਾਂਗਾ, ਮੈਂ ਤੇ ਆਪਣੇ ਘਰ ਰੱਖਣੀ ਹੈ। ਬਿਲਕੁਲ ਸਹੀ ਹੈ। ਤੇ ਤੁਹਾਨੂੰ ਵਾਰ ਆਵੇ ਤੇ ਦੇਖ ਲਓ। ਕਹਿੰਦਾ ਯਾਰ ਮੈਂ ਗਰੀਬ ਬੰਦਾ, ਮੈਂ ਕਿ ਨਾ ਕੁਝ ਦਿਓ, ਮੈਂ ਨਹੀਂ ਲੈਂਦਾ ਤੁਹਾਡੇ ਕੋਲ ਕੁਝ ਵੀ। ਤੇ ਇਹ ਖੁਸ਼ੀ ਫਿਰਦੇ ਰਹੇ। ਇਹ ਫਿਰ ਆਏ ਮੇਰੇ ਕੋਲ, ਇੱਥੇ ਬੈਠ ਕੇ ਫਿਰ ਗੱਲ ਕਹਿ ਗਏ ਭਈ ਤੂੰ ਆ ਤੇ ਮੰਗਣੀ ਕਰਦੇ ਆ। ਜਿਸ ਵੇਲੇ ਮੰਗਣੀ ਵਾਸਤੇ ਬੁਲਾਇਆ ਮੈਂ ਚਲਾ ਗਿਆ ਆਪਣੇ ਬੰਦੇ ਲੈ ਕੇ ਨਾਲ। ਉੱਥੇ ਗਿਆ ਤੇ ਜਿਸ ਵੇਲੇ ਸਲਾਮੀ ਪੈਣ ਲੱਗੀ ਪਈ ਰਸਮ ਕਰੋ, ਹਾਂਜੀ, ਮੈਂ ਉਹਨੂੰ 50,000 ਰੁਪਇਆ ਤੇ ਰੱਖਿਆ ਤੇ ਸਿਰ ਤੇ ਰੱਖਿਆ। ਮੈਂ ਬੜਾ ਖੁਸ਼ ਹੋਇਆ। ਤੁਹਾਨੂੰ ਬੱਚੀ ਪਸੰਦ ਆ ਗਈ ਸੀ? ਮੈਨੂੰ ਬੱਚੀ ਪਸੰਦ ਹੀ, ਬੱਚੀ ਸਾਡੀ ਆਪਣੀ ਸੀ, ਕੋਈ ਇਹ ਨਹੀਂ ਕਿ ਨਵਾਂ ਰਿਸ਼ਤਾ ਤੇ ਨਹੀਂ। ਠੀਕ ਹੈ। ਪਿੱਛੋਂ ਵੀ ਅਸੀਂ ਇਕੱਠੇ ਸੀ, ਇੱਥੇ ਵੀ ਇਕੱਠੇ ਆ ਤੇ ਬੱਚੀ ਵੀ ਸਾਡੇ ਨਾਲ ਖੁਸ਼ ਹੋ ਗਈ। ਅਸੀਂ ਜਾਂਦੇ ਆਂਦੇ ਰਹੇ, ਖੁਸ਼ ਹੁੰਦੇ ਸੀ। ਕਿੰਨਾ ਅਰਸਾ ਪਹਿਲੇ ਤੁਸੀਂ ਰਿਸ਼ਤਾ ਤੈਅ ਕੀਤਾ ਸੀ? ਅੱਜ 10 ਸਾਲ ਹੋ ਗਿਆ ਸਾਨੂੰ, ਮੁੱਕਣ ਵਾਲਾ ਮੁੱਕ ਗਿਆ ਸਾਲ। ਤਕਰੀਬਨ 1 ਸਾਲ ਹੋ ਗਿਆ ਸੀ ਰਿਸ਼ਤਾ ਹੋਇਆ? ਉਹ ਰਿਸ਼ਤਾ ਨੂੰ ਸਾਲ ਹੋ ਗਿਆ। ਤੇ ਫਿਰ ਉਹ ਆਏ ਤੇ ਮੈਂ ਇੱਥੇ ਆਪਣਾ ਕੰਮ ਤਿਆਰ ਕਰਕੇ, ਉਸ ਵੇਲੇ ਵੀ ਉਹ ਸਾਰੇ ਨਾਲ ਨੇ ਸਾਡੇ, ਖਾਂਦੇ ਪੀਂਦੇ ਪਏ ਨੇ, ਇੱਥੇ ਹੀ ਫਿਰਦੇ ਪਏ ਨੇ ਸਾਡੇ ਨਾਲ ਹੀ ਤੇ ਖੁਸ਼ ਨੇ। ਇਹ ਜਿਹੜਾ ਅੰਕਲ ਜੀ ਤੁਹਾਡੀ ਹੋਣ ਵਾਲੀ ਬਹੂ ਨੂੰ ਕਤਲ ਕੀਤਾ ਜਿਸ ਮੁਲਜ਼ਮ ਨੇ, ਉਹਦੇ ਪਿੱਛੇ ਉਹਦਾ ਕੀ ਮਕਸਦ ਸੀ ਕਿ ਕਿਉਂ ਉਹਨੇ ਉਸੇ ਦਿਨ ਹੀ ਜਿਸ ਦਿਨ ਉਹਦੀ ਬਰਾਤ ਆਣੀ ਸੀ ਕਤਲ ਕਰ ਦਿੱਤਾ? ਉਹਦਾ ਸਾਨੂੰ ਉਸਦੇ ਦਾ ਕੋਈ ਪਤਾ ਕੋਈ ਨਹੀਂ। ਉਸ ਟਾਈਮ ਵੀ ਉਸੇ ਰਾਤ ਇਹ ਕਹਿਣ ਲੱਗਾ ਮੈਂ ਮਹਿੰਦੀ ਲੈ ਕੇ ਆਂਗਾ। ਮੈਂ ਕਿਹਾ ਯਾਰ ਮੁੰਡਾ ਵਾਲਾ ਮਹਿੰਦੀ ਲੈ ਕੇ ਆਂਦਾ, ਕੁੜੀ ਵਾਲਾ ਨਹੀਂ ਆਂਦਾ। ਹਾਂ ਬਿਲਕੁਲ। ਉਹ ਕਹਿੰਦਾ ਭਾਈ ਮੇਰਾ ਪੁੱਤਰ ਵੀ ਇਹ ਹੀ ਹੈ ਤੇ ਦੀ ਵੀ ਇਹ ਹੀ ਹੈ, ਮੈਂ ਤੈਨੂੰ ਬੇਟੀ ਦੇ ਕੇ ਤੇ ਪੁੱਤਰ ਲੈਂਦਾ ਪਿਆ, ਮੈਂ ਮਹਿੰਦੀ ਲੈ ਕੇ ਆਵਾਂਗਾ। ਮੈਂ ਕਿ ਤੂੰ ਨਾ ਲੈ ਕੇ ਆ। तो वो कहता भाई मैं लेकर, मैं चलो तू लै आ, तू राजी हो ले मियाँ, तू लै। ये नाल ही फिरदा पिया है। ये अपनी बुआ नूं भी कोई पैसे दे के 100-200 इत्थे वो भी भन्नी हुई है इत्थे।
ਠੀਕ ਹੈ। ਡਾਵਰਾਂ 'ਚ ਵਿਆਹੀ ਹੋਈ ਹੈ ਅੱਛਾ, ਇਸ ਮੁੰਡੇ ਦੀ, ਜਿਹਨੇ ਕਤਲ ਕੀਤਾ ਹੈ। ਇਹਨੇ ਕਤਲ ਕੀਤਾ ਹੈ। ਅਸੀਂ ਉਹ ਦੇਖਿਆ ਉਹਦੇ ਘਰ ਦੇ ਵਿੱਚ ਤੇ ਸਾਨੂੰ ਬੜਾ ਅਜੀਬੋ ਗਰੀਬ ਕਿਸਮ ਦਾ ਸਮਾਨ ਵੀ ਮਿਲਿਆ, ਜਿਵੇਂ ਮੋਟਰਸਾਈਕਲਾਂ ਦੇ ਇੰਜਨ ਸਾਨੂੰ ਉੱਥੇ ਨਜ਼ਰ ਆਏ ਨੇ। ਤੇ ਇਹ ਕਿਸ ਕਿਸਮ ਦੇ ਕੰਮ ਕਰਦੇ ਸੀ, ਕਿਉਂਕਿ ਤੁਸੀਂ ਤੇ ਇੱਥੇ ਰਹਿੰਦੇ ਹੋ? ਅਸੀਂ ਇੱਥੇ ਰਹਿੰਦੇ ਹਾਂ, ਅਸੀਂ ਇੱਥੋਂ ਨਹੀਂ ਹਲਦੇ। ਸਾਡਾ ਕੰਮ ਜਿਹੜਾ ਨਾ ਬੜੇ ਡੀਲਰਾਂ ਨਾਲ, ਠੀਕ ਹੈ। ਬੜੀਆਂ ਕੰਪਨੀਆਂ ਨਾਲ, ਜਿਸ ਤਰ੍ਹਾਂ ਗੱਲਾਂ ਮੰਡੀ ਹੋ ਗਈ, ਠੀਕ ਹੈ। ਉੱਥੇ ਸਾਡਾ ਜਾ ਕੇ ਤੂੰ ਨਾਂ ਲਏਗਾ ਬਈ ਡਾਵਰਾ ਅਬਦੁਲ ਮਜੀਦ ਡਾਵਰਾ, ਉਹ ਤੁਹਾਨੂੰ ਕਹਿਣਗੇ ਵੀ ਉੱਥੇ ਬੰਦੇ ਬੈਠੇ ਨੇ। ਮਾਸ਼ਾਅੱਲਾ, ਅੱਛਾ ਕਾਰੋਬਾਰ ਹੈ ਤੁਹਾਡਾ। ਇੱਥੇ ਸਾਡਾ ਇਤਨਾ ਆਣ ਜਾਣ ਕੋਈ ਨਹੀਂ, ਅਸੀਂ ਨਹੀਂ ਜਾਂਦੇ, ਸਾਨੂੰ ਗਲੀਆਂ 'ਚ ਵੀ ਫਿਰਨ ਦਾ ਕੋਈ ਨਹੀਂ ਪਤਾ, ਮੇਰੇ ਮੁੰਡਾ ਨੂੰ ਵੀ ਨਹੀਂ ਪਤਾ। ਸਹੀ ਹੈ। ਸਵੇਰੇ ਆ ਕੇ ਖੜਦੇ ਨੇ, ਸ਼ਾਮ ਹੋ ਜਾਂਦੀ ਹੈ, ਰਾਤ ਦਿਨ ਅਸੀਂ ਆਪਣੇ ਕੰਮ 'ਚ ਲੱਗੇ ਰਹੇ, ਕੋਈ ਡੰਗਰਾਂ ਦਾ ਕਰ ਲਿਆ, ਕੋਈ ਦੁਕਾਨ ਦਾ ਕਰ ਲਿਆ, ਆਪਣੀ ਮਿਹਨਤ ਕਰਦੇ ਆ। ਅੱਛਾ ਅੰਕਲ ਜੀ, ਤੁਹਾਡੇ ਬੇਟੇ ਨੇ ਕਦੀ ਤੁਹਾਨੂੰ ਦੱਸਿਆ ਸੀ ਕਿ ਜਿੱਥੇ ਤੁਸੀਂ ਮੇਰਾ ਰਿਸ਼ਤਾ ਕੀਤਾ ਹੈ ਉੱਥੇ ਕੁਝ ਮੈਨੂੰ ਤਰ੍ਹਾਂ ਦੀਆਂ ਕੁਝ ਗੱਲਾਂ ਸੁਣਨਾ ਪੈਂਦੀਆਂ ਨੇ, ਜਾਂ ਫਿਰ ਮੈਂ ਵੇਖੀਆਂ ਨੇ, ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ? ਨਹੀਂ, ਕੋਈ ਗੱਲ ਨਹੀਂ। ਉਸ ਬੱਚੇ 'ਚ ਵੀ ਕੋਈ ਗੱਲ ਨਹੀਂ ਆਈ ਨਾ। ਮੇਰੇ ਮੁੰਡੇ ਨੇ ਕਦੀ ਗੱਲ ਨਾ, ਸਾਡੇ ਖਾਨਦਾਨ 'ਚ ਇਹ ਗੱਲ ਕਰਦੇ। ਇਹ ਸਾਡੇ ਖਾਨਦਾਨ 'ਚ ਗੱਲ ਨਹੀਂ ਕਰਦੇ। ਬਿਲਕੁਲ। ਕਿਸੇ ਦੇ ਉੱਤੇ ਕਿਸੇ ਦਾ ਪਤਾ ਵੀ ਹੋਵੇ, ਅਸੀਂ ਮਿੱਟੀ ਨੂੰ ਛਾਲਦੇ। ਅੱਲਾ ਮਾਫੀ ਦੇਵੇ, ਸਾਡੇ ਵੀ ਘਰ ਕੁੜੀਆਂ ਹੈ, ਅਸਾਂ ਵੀ ਬੱਚਿਆਂ ਵਾਲੇ ਆ। ਬਿਲਕੁਲ। ਸਾਡਾ ਅਸੀਂ ਉਹ ਲੋਕ ਨਹੀਂ। ਤੇ ਤੁਹਾਨੂੰ ਫਿਰ ਕਿਸ ਤਰ੍ਹਾਂ ਪਤਾ ਚੱਲਿਆ ਸੀ ਤੇ ਕਿਸ ਟਾਈਮ ਤੇ ਪਤਾ ਚੱਲਿਆ ਸੀ? ਸਾਨੂੰ ਪਤਾ ਨਹੀਂ ਚੱਲਿਆ। ਕੋਈ 5:57 ਤੇ ਅਸੀਂ ਉਤੋਂ ਘਰੋਂ ਟੁਰੇ ਇੱਥੇ ਤੱਕ ਆਇਆ, ਤੇ ਇੱਥੇ ਕੋਈ 6 ਕੁਝ ਮਿੰਟਾਂ ਤੇ ਇੱਥੇ ਹੀ ਮੋੜ ਤੇ ਅਸੀਂ ਖੜੇ ਆ। ਅੱਛਾ। ਤੇ ਫੋਨ ਆਇਆ ਬਈ ਦੁਲਹਨ ਨੂੰ ਮਾਰ ਦਿੱਤਾ ਹੈ, ਕਤਲ ਕਰਤਾ, ਤੁਸੀਂ ਉੱਥੇ ਰੁਕ ਜਾਓ। ਅਸੀਂ ਇੱਥੋਂ ਟੁਰੇ ਵੀ ਨਹੀਂ ਆਏ। ਤੁਹਾਨੂੰ ਕਿਹਨੇ ਫੋਨ ਕੀਤਾ ਸੀ? ਉਹ ਜਵਾਕ ਦੇ ਕੋਲ, ਇਹਦੇ ਕੋਲ, ਮੇਰੇ ਕੋਲ ਆਇਆ ਸੀ। ਅੱਛਾ। ਤੇ ਮੈਨੂੰ ਨਹੀਂ ਪਤਾ ਕਿਹਨੇ ਕੀਤਾ ਹੈ, ਉਹ ਮੇਰੇ ਜਵਾਕ ਨੂੰ ਪਤਾ ਹੈ, ਖੜਾ ਹੈ ਮੌਜੂਦ, ਇਹ ਦੱਸ ਦੂਗਾ ਬਈ ਉਹਨੇ ਫੋਨ ਕੀਤਾ। ਮੈਂ ਬਗੈਰ ਫੋਨ ਵਾਲਾ ਬੰਦਾ ਤੇ ਬਗੈਰ ਮੋਟਰਸਾਈਕਲ ਚਲਾਉਣ ਵਾਲਾ ਪੈਦਲ ਬੰਦਾ। ਤੁਸੀਂ ਤੇ ਫੋਨ ਸੁਣ ਕੇ ਤੇ ਬੜਾ ਹੈਰਾਨ ਹੋ ਗਏ ਕਿ ਇਹ ਕਿਵੇਂ ਹੋ ਗਿਆ ਕਿ ਸਾਡੀ ਬੱਚੀ, ਸਾਡੀ ਦੁਲਹਨ ਨੂੰ ਕਤਲ ਕਰ ਦਿੱਤਾ? ਅਸੀਂ ਉੱਥੇ ਖੜੇ ਤੇ ਖੜੇ ਰਹਿ ਗਏ, ਸਾਨੂੰ ਕੋਈ ਗੱਲ ਸਮਝ ਹੀ ਨਹੀਂ ਆਈ, ਨਾ ਅੱਗੇ ਜਾਵਾਂ ਜਾਂ ਪਿੱਛੇ ਜਾਈਏ। ਅਸੀਂ ਉੱਥੇ ਤੇ ਉੱਥੇ ਖੜੇ ਰਹਿ ਗਏ ਕਿ ਹੋਇਆ ਕੀ ਹੈ। ਸਾਨੂੰ ਪਤਾ ਚੱਲਿਆ ਕਿ ਤੁਸੀਂ ਜਿਹੜੀ ਦੁਲਹਨ ਦਾ ਕਮਰਾ ਸਜਾਇਆ ਸੀ, ਤੁਸੀਂ ਉਹ ਵੀ ਤੋੜ ਦਿੱਤਾ ਹੈ। ਤੁਹਾਡੇ ਘਰ ਵਿੱਚ ਉਹ ਪੁਕਾਰ ਪੈ ਗਈ ਉਸ ਵੇਲੇ ਤੋੜਤਾ ਜਾ ਕੇ ਨਹੀਂ। ਚਲੋ ਵੇਖੋਗੇ, ਉਹ ਸਾਹਮਣੇ ਨਜ਼ਰ ਜੂਗਾ, ਇਹਦੇ 'ਚ ਕੋਈ ਵੀ ਉਹ ਕੋਈ ਨਹੀਂ। ਅਸੀਂ ਉਸੇ ਤੁਹਾਡਾ ਕੀ ਮੁਤਾਲਬਾ ਹੈ ਕਿ ਹੁਣ ਇਨਸਾਫ ਕਿਵੇਂ ਦਾ ਹੋਣਾ ਚਾਹੀਦਾ? ਮੁਲਜ਼ਮ ਤੇ ਅਜੇ ਵੀ ਜ਼ਿੰਦਾ ਹੈਗਾ ਜੀ? ਹਾਂ, ਮੁਲਜ਼ਮ ਜਿੰਦਾ ਹੈ। ਇਨਸਾਫ ਅੱਲਾਹ ਤਾਲਾ ਦੇਵੇਗਾ ਜਾਂ ਹਕੂਮਤ ਦੇਵੇਗੀ ਉਹਨੂੰ, ਉਸ ਗਰੀਬ ਨੂੰ ਮਿਲੇ। ਬਿਲਕੁਲ। ਸਾਡਾ ਤਾਂ ਕੁਝ ਵੀ ਨਹੀਂ ਹੋਇਆ ਵੇਖੋ ਤਾਂ, ਤੇ ਸਾਡੇ ਤੋਂ ਦੁੱਖ ਇਹੀ ਹੈ ਕਿ ਭਈ ਸਾਡੀ ਹੋਣ ਵਾਲੀ ਸੀ, ਜੇ ਸਾਡੇ ਕੋਲ ਆ ਜਾਂਦੀ ਤੇ ਫਿਰ ਪਤਾ ਨਹੀਂ ਕੀ ਹੋਣਾ ਸੀ ਸਾਡੇ ਨਾਲ। ਬਿਲਕੁਲ। ਤੇ ਮੈਂ ਵੀ ਅੱਜ ਹੀ ਕੱਲ ਉੱਠ ਕੇ ਸ਼ਾਮੀ ਆਇਆ ਸੀ, ਮੇਰਾ ਗਲਾ ਖਰਾਬ ਹੋ ਗਿਆ ਉਹ ਬੋਲ ਕੇ। ਤੇ ਹੁਣ ਤੂੰ ਕਹਿਆ ਤੂੰ ਭਾਈ, ਮੈਂ ਉਸ ਨੂੰ ਤੁਹਾਨੂੰ ਸੁਣਦੇ ਪਏ ਨੇ ਆਲਾ ਹੁਕਾਮ, ਆਲਾ ਅਫਸਰਾਨ ਔਰ ਵਜ਼ੀਰ ਆਲਾ ਪੰਜਾਬ ਮਰੀਮ ਸਾਹਿਬਾ, ਉਹਨਾਂ ਦੇ ਅੱਗੇ ਕੀ ਮੁਤਾਲਬਾ ਕਰੋਗੇ? ਗਰੀਬ ਇਨਸਾਨ ਹੈਗਾ, ਉਹਨੂੰ ਇਨਸਾਫ ਮਿਲਣਾ ਚਾਹੀਦਾ। ਇਨਸਾਫ ਉਹਨਾਂ ਨੂੰ ਕਿਹਾ ਹੈ, ਉਹਨਾਂ ਨੇ ਆਪਣੇ ਮਾਲਕਾਂ ਨੇ, ਮੈਂ ਉੱਥੇ ਖੜਾ ਸੀ। ਮੈਂ ਕਿ ਭਾਈ ਮੇਰੇ ਤੋਂ ਵੀ ਲਏ ਨੇ ਬਿਆਨ। ਮੈਂ ਕਿ ਭਾਈ ਮੇਰਾ ਕਿਸੇ ਨਾਲ ਵੀ ਕੋਈ ਗੱਲ ਕੋਈ ਨਹੀਂ, ਮੇਰੀ ਇਹ ਮਾਲਕ ਨਾਲ ਗੱਲ ਸੀ, ਜਿਸ ਵਾਸਤੇ ਅਸੀਂ ਚੁਰਨ ਲੱਗੇ ਆ, ਮਕਸਦ ਸਾਡਾ ਪੂਰਾ ਨਹੀਂ ਹੋਇਆ। ਅਸੀਂ ਉੱਥੇ ਰੁਕ ਗਏ, ਸਾਡਾ ਕਿਸੇ ਨਾਲ ਕਿਸੇ ਕਿਸਮ ਦਾ ਵੀ ਇਹ ਜਿਹੜੀ ਹਵੇਲੀ ਦੇ ਚ ਅਸੀਂ ਬੈਠੇ ਆ ਤੇ ਇਹ ਜਾਨਵਰ ਵਗੈਰਾ ਸਾਰੇ ਤੁਹਾਡੇ ਹੀ ਨੇ? ਸਾਡੇ, ਮੇਰੇ ਆਪਣੇ ਨੇ ਭਾਈ, ਕਿਸੇ ਦਿਨ ਅੱਲਾ ਨੂੰ ਮੈਨੂੰ ਦਿੱਤੇ। ਮੇਰੇ 6 ਮੁੰਡੇ ਨੇ, ਸਾਰੇ ਮਿਹਨਤ मजदूरी अपनी ਇੱਥੇ ही करते हैं। नाज़रीन, बिल्कुल आप अब यकीन कर सकते हैं कि जो मकतूला की वालदा ने बताया कि मेरी जो नंद थी, जब मेरी बेटी को इन्होंने इनकी जानब से अपने बेटे का जब रिश्ता इन्होंने पक्का किया, जब पैसे सलामी दी गई, तो उस सलामी को देखकर उस हसद की मारी फुफी ने अपने दिल में ये रंजिश बना ली कि मैंने अब इस बच्ची का घर बसने नहीं देना। यकीनन उनके घर में कुछ प्लानिंग हुई होगी, जिस प्लानिंग के तहत इन्होंने ये मनसूबाबंदी बनाई कि हमने दुल्हन को दुल्हन के रूप में ही मौत के घाट उतारना है। और फिर आपने देखा कि दुल्हन चंद घंटे पहले ही उसको जो ब्यूटी पार्लर है, और ब्यूटी पार्लर के अंदर घुस के उसने मौत के घाट उतार दिया। मुलज़म हमें रास्ते में पुलिस के कुछ नौजवान मिले थे, तो उन्होंने बताया था कि मुलज़म अब मुकम्मल होश में आ चुका है, और उसने बताया कि उसने ये कत्ल क्यों किया। अब तफ्तीशी जो अदारे हैं, जो पुलिस हमारी इस वकूए की तफ्तीश कर रही है, वो जल्द ही इस मुलज़म की स्टेटमेंट लेकर इस वाक़े की जो प्रेस कॉन्फ्रेंस है वो भी करेंगे। और उनकी तरफ से, जैसे अंकल ने भी बताया कि पुलिस ने हमें हमारे साथ वादा किया है कि हम इस केस को
मंतकी अंजाम तक पहुँचाएँगे और इंसाफ होता हुआ आपको नज़र आएगा कि एक गरीब इंसान की, एक बाप जिसने मेहनत मजदूरी करके अपनी बेटी को पाला बड़ा किया, फिर उसके हाथ पीले करने के लिए जो उसकी औकात थी उसने औकात से बढ़कर अपनी बेटी को जो भी उसके नसीब का था वो कुछ दिया। अब इन्होंने भी आपको बड़ा तफसील के साथ बता दिया कि हम भी उस गमज़दा ख़ानदान के साथ हैं, उनके साथ भी बल्कि बहुत बड़ा जुल्म हुआ है, तो इनके साथ भी ज़्यादती हुई है। इनको क्या पता था कि आज हमारे साथ क्या हो जाना है, या खुदा न खास्ता अगर इनका बेटा या फिर ये बारात लेकर चले जाते तो हो सकता है कि बड़ा नुकसान हो सकता था। लेकिन पुलिस के आला अफसरान इस केस की तफ्तीश कर रहे हैं, जल्द इस केस को जो है वो मंतकी अंजाम तक पहुँचते हुए भी आप देखेंगे। इनके घर जाएंगे, उस बच्ची को जो उनके घर वालों ने बताया कि हमने काफ़ी अपनी बच्ची की जो ख्वाहिशात थी उसके मुताबिक हमने जहेज़ का सामान भी दिया, वो भी आपको कुछ दिखाएंगे। दूल्हे से भी कोशिश करेंगे बात करने की कि वो क्या कहते हैं कि अपनी मकतूला होने वाली बीवी जो कि अब इस दुनिया में नहीं रही, और उसके बारे में सोशल मीडिया पर हमने ये भी देखा कि मकतूला और ये जो मुलज़म मुबैना तौर पर जिसने कुछ स्टेटस भी लगाए, इन दोनों का आपस में क्या ताल्लुक़ था। तो अगली वीडियो में दोबारा आपसे मुलाकात होगी, तब तक के लिए अल्लाह ने के बाद।